ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। राग गौड़ी रविदास जी के पदे गौड़ी ग्वारेरी। एक ओंकार सतनाम करता पुरख गुर प्रसाद। सो आओ साध संगत जी, राग गौड़ी विच चल रही लड़ीवार विचार कथा दे विच सतगुरु श्री गुरु अर्जन देव साहिब जी गौड़ी दी ग्वारेरी जाति विच भगत रविदास जी दे उचारण कीते हुए 4 पदियां वाले शब्द दर्ज करते हैं। एक जो अद्वैत स्वरूप ब्रह्म ओंकार सारियां दा प्रकाशक, जो सत नास तो रहत है, नाम प्रसिद्ध है, करता कहिए जगत दा रचैता, सारे पुरख व्यापक पूर्ण है। ओह गुर चेतन अते प्रसाद आनंद स्वरूप है। गुर प्रसाद कहिए गुरां दी किरपा द्वारा प्राप्त हुंदा है। जिस वेले भगत रविदास जी नूं परमेश्वर ने दर्शन दिते, उस वेले भगत जी महाराज जी अगे बेनतियां करते हुए उचारण करते हैं। मेरी संगत पोच सोच दिन राती, मेरा कर्म कुटिलता जन्म कुभांती। हे महाराज जी, मेरी भाव साड़ी संगत सोहबत पोच नीच जाति वाले जुत्ते गंढण वाले चम्यारां दी है। मेरी संगत पोच नीच विकारां दी है अते दिन राती निरंतर ਇਹੋ सोच विचार लगी रहती है कि मेरी कल्याण किवें होवेगी, मैं पवित्र किवें होवांगा। मेरा कर्म भी कुटिलता भाव टेढ़ताई है वाला है, जन्म भी कुभांती कुढंगा भाव खोटी लगन वाला है। राम गुसैया जी के जीवना, मोह न बिसारो मैं जन तेरा रहाओ। हे रमे हुए राम परमेश्वर गुसैया कहिए पृथ्वी दे मालक प्रभु जी, तुसी तां सारे जीवां दे जीवना कहिए जीवन रूप हो, प्राण रूप हो और प्राण रूप होकर के सारियां नूं जिवाउण वाले हो। मैं तेरा कहिए तुहाडा जन दास सेवक हाँ। तुसी मोह मैनू कदा चित भी ना विसारना करो, ना भुलाओ। मैनू तुसीं अपना नाम कदे भी ना भुल्लण दिओ। हर वेले ही सिमरन करते रहिए, रहाओ विश्राम दे के किरपा कर रहे हो। मेरी हरहो बिपत जन करहो सुभाई, चरण न छाडो शरीर कल जाई। हे महाराज, मेरी तो भाव साड़ी जम्मण मरण रूपी बिपत मुसीबत अपदा नूं हरहो नाश कर देवो ਅਤੇ ਮੈਨੂੰ ਜਨ ਦਾਸ ਨੂੰ ਆਪਣੀ ਭਗਤੀ ਦੇ ਕੇ ਸੁਭਾਈ ਕਹੀਏ ਸ਼ੋਭਨੀਕ ਕਰ ਦੇਣਾ ਕਰੋ, ਜਿਸ ਕਰਕੇ ਮੈਨੂੰ ਆਪ ਜੀ ਦੀ ਭਗਤੀ ਦੀ ਸੋਭਾ ਪ੍ਰਾਪਤ ਹੋਵੇ। ਸੋ ਭਾਈ ਭਾਵ ਸੋ ਉਹ ਭਾਈ ਭਾਵਨਾ ਸਾਡੇ ਨਾਲ ਕਰੋ। ਮੈਂ ਆਪ ਜੀ ਦੇ ਪੂਜਨੀਕ ਚਰਣਾ ਕਮਲਾਂ ਨੂੰ ਨਾਲ ਪ੍ਰੀਤੀ ਨਹੀਂ ਛੱਡਾਂਗਾ। ਇਹ ਮੇਰਾ ਸਰੀਰ ਤਾਂ ਤਨ ਭਾਵੇਂ ਪਰਸੋਂ ਨੂੰ ਜਾਂਦਾ ਹੋਇਆ ਕੱਲ ਨੂੰ ਹੀ ਚਲਿਆ ਜਾਵੇ, ਭਾਵ ਕੱਲ ਜਾਂਦਾ ਅੱਜ ਚਲਾ ਜਾਵੇ, ਸੁੰਦਰ ਸਰੀਰ ਚਲਿਆ ਜਾਵੇ। ਮੇਰਾ ਸਰੀਰ ਭਾਵੇਂ ਚਲਿਆ ਜਾਵੇ, ਪਰ ਤੁਹਾਡੇ ਕੱਲ ਸੋਹਣੇ ਚਰਣਾ ਕਮਲਾਂ ਨਾਲੋਂ ਪ੍ਰੀਤੀ ਨਹੀਂ ਛੱਡਾਂਗਾ। ਕਹ ਰਵਿਦਾਸ ਪਰੋ ਤੇਰੀ ਸਾਬਾ, ਬੇਗ ਮਿਲ ਹੋ ਜਨ ਕਰ ਨਾ ਬਿਲਾਂਬਾ। ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ हे ਮਹਾਰਾਜ, ਮੈਂ ਤੁਹਾਡੀ ਪਨਾਹ ਸ਼ਰਨ ਵਿੱਚ ਪਿਆ ਹਾਂ। ਇਸ ਕਰਕੇ ਕਿਰਪਾ ਦ੍ਰਿਸ਼ਟੀ ਨਾਲ ਮੈਨੂੰ ਦਾਸ ਨੂੰ ਬੇਗੁੰਦਾ ਛੇਤੀ ਹੀ ਮਿਲ ਪੈਣਾ ਕਰੋ ਅਤੇ ਮੇਰਾ ਉਧਾਰ ਕਰਨ ਲਈ ਬਿਲਾਂਬਾਂ ਦਾ ਦੇਰੀ ਨਾ ਕਰੋ। ਸੋ ਅਗਲਾ ਸ਼ਬਦ ਭਗਤ ਜੀ ਦਾ ਪ੍ਰਾਰੰਭ ਹੋ ਰਿਹਾ ਹੈ। ਇੱਕ ਦਿਨ ਭਗਤ ਰਵਿਦਾਸ ਜੀ ਪਰਮੇਸ਼ਰ ਦੇ ਪ੍ਰੇਮ ਵਿੱਚ ਲੀਨ ਸਨ। ਜਦ ਸਮਾਧੀ ਤੋਂ ਉਥਾਨ ਹੋਏ ਤਾਂ ਉਸ ਵੇਲੇ ਇੱਕ ਸਾਧੂ ਨੇ ਭਗਤ ਜੀ ਨੂੰ ਪ੍ਰਸ਼ਨ ਕੀਤਾ
ਕਿ ਹੇ ਭਗਤ ਜੀ, ਤੁਸੀਂ ਸਮਾਧੀ ਵਿੱਚ ਕਿਹੜੀ ਅਵਸਥਾ ਵਿੱਚ ਰਹਿੰਦੇ ਹੋ ਅਤੇ ਤੁਹਾਡਾ ਅਸਲੀ ਸ਼ਹਿਰ ਟਿਕਾਣਾ ਕਿਹੜਾ ਹੈ? ਤਾਂ ਭਗਤ ਰਵਿਦਾਸ ਜੀ ਇਹ ਪਾਵਨ ਸ਼ਬਦ ਜੋ ਭਗਤ ਰਵਿਦਾਸ ਜੀ ਦਾ ਇਹ ਦੂਸਰਾ ਸ਼ਬਦ ਹੈ, ਉਸ ਵਿੱਚ ਫਰਮਾ ਰਹੇ ਹਨ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤੇ ਠਾਉ। ਹੇ ਮਹਾਤਮਾ ਜੀ, ਸਾਡੇ ਸ਼ਹਿਰ ਦਾ ਨਾਮ ਬੇਗਮ, ਸੋਗ ਤੋਂ ਰਹਿਤ ਪੂਰਨ ਆਨੰਦ ਸਰੂਪ ਹੈ, ਜਿੱਥੇ ਬੇਦ ਵੈਤ ਦੀ ਗਮਤਾ ਨਹੀਂ ਹੈ, ਪਹੁੰਚ ਨਹੀਂ ਹੈ। ਭਾਵ ਦਵੈਤ ਤੋਂ ਰਹਿਤ ਅਦਵੈਤ ਰੂਪ ਅਸਥਾਨ ਸਾਡੇ ਸ਼ਹਿਰ ਦਾ ਨਾਮ ਹੈ, ਜਿੱਥੇ ਕੋਈ ਵੀ ਗਮ, ਚਿੰਤਾ, ਫਿਕਰ, ਝੋਰੇ ਨਹੀਂ ਹਨ। ਤੁਰੀਆ ਪਦ ਰੂਪੀ ਸ਼ਹਿਰ ਦਾ ਨਾਮ ਹੈ। ਇਹ ਉਸ ਅਸਥਾਨ ਵਿੱਚ ਜੰਮਣ ਮਰਨ ਰੂਪੀ ਦੁੱਖ ਅਤੇ ਪ੍ਰਮਾਣਗਤ, ਪ੍ਰਮੇਗਤ, ਵਿਪਰਜੇ ਆਦਿਕ ਕਿਸੇ ਪ੍ਰਕਾਰ ਦਾ ਕੋਈ ਅੰਦੋਹ ਸੰਸਾ ਵੀ ਨਹੀਂ ਹੈ। ਨਾ ਤਸਵੀਸ ਖਿਰਾਜ ਨ ਮਾਲ, ਖੌਫ ਨ ਖਤਾ ਨ ਤਰਸ ਜਵਾਲ। ਨਾ ਹੀ ਉੱਥੇ ਤਸਵੀਸ ਹੁੰਦਾ ਵਾ ਸ਼ਰਮਿੰਦਗੀ, ਘਬਰਾਹਟ, ਚਿੰਤਾ, ਹੈਰਾਨੀ ਆ। ਨਾ ਖਿਰਾਜ ਮੁਆਮਲਾ ਟੈਕਸ ਹੈ, ਅਤੇ ਨਾ ਹੀ ਆਸਰੀ ਸੰਪਦਾ ਰੂਪੀ ਮਾਲ ਧਨ ਹੈ। ਨਾ ਹੀ ਕਿਸੇ ਦਾ ਖੌਫ ਡਰ ਹੈ, ਨਾ ਹੀ ਖਤਾ ਗੁਨਾਹ ਹੈ। ਖੌਫ ਭੈ ਤਾਂ ਹੋਵੇ ਜੇ ਕੋਈ ਖਤਾ ਗੁਨਾਹ ਕਰੀਏ। ਜਦੋਂ ਉਸ ਸਰੂਪ ਵਿੱਚ ਕੋਈ ਗੁਨਾਹ ਹੀ ਨਹੀਂ ਹੈ, ਫਿਰ ਡਰ ਕਿਸ ਪ੍ਰਕਾਰ ਦਾ ਹੋਵੇਗਾ? ਨਾ ਹੀ ਉੱਥੇ ਤਰਸ ਦਇਆ ਹੈ, ਭਾਵ ਤਰਸ ਉਸ ਉੱਪਰ ਕਰੀਦਾ ਜੇਕਰ ਕੋਈ ਦੁਖੀ ਹੋਵੇ, ਪਰੰਤੂ ਉਸ ਆਨੰਦ ਸਰੂਪ ਵਿੱਚ ਕੋਈ ਦੁਖੀ ਹੈ ਹੀ ਨਹੀਂ, ਇਸ ਕਰਕੇ ਕੋਈ ਤਰਸ ਨਹੀਂ ਕਰਨਾ ਪੈਂਦਾ। ਅਤੇ ਨਾ ਹੀ ਕਿਸੇ ਪ੍ਰਕਾਰ ਦਾ ਜਵਾਲ ਹੁੰਦਾ, ਘਾਟਾ ਪੈਂਦਾ ਉੱਥੇ। ਅਬ ਮੋਹ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ ਰਹਾਉ। ਇਸ ਪ੍ਰਕਾਰ ਹੁਣ ਮੈਂ ਆਤਮ ਸਰੂਪ ਰੂਪੀ ਚੰਗੇ ਵਤਨ ਦੇਸ਼ ਦੀ ਤੁਰੀਆ ਪਦ ਰੂਪੀ ਗਹਿ ਜਗ੍ਹਾ ਪ੍ਰਾਪਤ ਕਰ ਲਈ ਹੈ। ਸਾਡੇ ਭਾਈ ਭਰਾ ਉਹਾਂ ਉਸ ਬੇਗਮਪੁਰੇ ਵਿੱਚ ਹਮੇਸ਼ਾ ਖੈਰ, ਭਲਾਈ, ਸੁਖ, ਆਨੰਦ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨ ਸੇਮ ਏਕ ਸੋ ਆਹੀ। ਉਸ ਸਰੂਪ ਰੂਪੀ ਪਾਤਸ਼ਾਹੀ, ਪਾਤ ਹੁੰਦਾ ਤਖਤ ਦੀ, ਸਾਹੀ ਹੁੰਦਾ ਮਾਲਕੀ। ਦਾਇਮ ਹਮੇਸ਼ਾ, ਭਾਵ ਸਦਾ ਲਈ। ਕਾਇਮ ਸਥਿਤ ਹੈ। ਉਸ ਪਰਮੇਸ਼ਰ ਪਾਤਸ਼ਾਹ ਦਾ ਕੋਈ ਦੋਮ, ਦੂਸਰਾ ਵਜ਼ੀਰ, ਅਤੇ ਸੇਮ ਤੀਸਰਾ ਖਜ਼ਾਨਚੀ ਆਦਿ ਕੋਈ ਨਹੀਂ ਆ। ਉੱਥੇ ਏਕ ਕਹੀਏ ਇੱਕੋ, ਸੋ ਉਹ ਪਰਮੇਸ਼ਰ ਹੀ। ਆਹੀ ਕਹੀਏ ਆਇਆ ਹੈ, ਭਾਵ ਉਹੀ ਹੈ। ਕਿਉਂਕਿ ਚੰਦਨ ਵਾਸ ਵਿਨਾਸਪਤ, ਅਵਲ ਦੋਮ ਨ ਸੇਮ ਖਰਾਬਾ। ਭਾਈ ਗੁਰਦਾਸ ਜੀ। ਉਸ ਸਰੂਪ ਵਿੱਚ ਦੋਮ ਦੂਸਰਾਪਨ, ਦਵੈਤ ਵੀ ਨਹੀਂ ਹੈ। ਸੇਮ ਤਿੰਨ ਗੁਣ, ਤਿੰਨ ਪ੍ਰਕਾਰ ਦੀ ਵਾਸ਼ਨਾ, ਤਿੰਨ ਜਾਗਰਤ, ਸੁਪਨ, ਸੁਖੋਪਤ ਅਵਸਥਾ, ਤਿੰਨ ਦੇਹਾਂ, ਕਾਰਨ, ਸੂਖਮ ਅਤੇ ਅਸਥੂਲ ਇਤਿਆਦਿਕ ਵੀ ਨਹੀਂ ਹੈ। ਉੱਥੇ ਤਾਂ ਕੇਵਲ ਉਹ ਇੱਕੋ ਇੱਕ ਅਦਵੈਤ ਰੂਪ ਆਪ ਹੀ ਹੈ। ਆਬਾਦਾਨ ਸਦਾ ਮਸ਼ਹੂਰ, ਊਹਾਂ ਗਨੀ ਬਸਹਿ ਮਾਮੂਰ। ਉਹ ਹਮੇਸ਼ਾ ਲਈ ਭਗਤਾਂ ਦੀ ਆਬਾਦੀ ਕਰਕੇ ਆਬਾਦਾਨ ਹੁੰਦਾ, ਵਸਿਆ ਹੋਇਆ ਹੈ, ਅਤੇ ਉਹ ਭਗਤ ਦੁਨੀਆ ਵਿੱਚ ਮਸ਼ਹੂਰ ਪ੍ਰਗਟ ਹਨ। ਊਹਾਂ ਉੱਥੇ ਨਾਮ ਰੂਪੀ ਧਨ ਵਾਲੇ, ਗਨੀ ਕਹੀਏ ਧਨੀ, ਮਾਮੂਰ ਲਬਾ ਲਬ, ਸ਼ੁਭ ਗੁਣਾਂ ਨਾਲ ਭਰੇ ਹੋਏ ਭਗਤ ਜਨ ਵਸਦੇ ਹਨ। ਤਿਉ ਸੈਲ ਕਰਹਿ ਜਿਉ ਭਾਵੈ, ਮਹਿਰਮ ਮਹਿਲ ਨ ਕੋ ਅਟਕਾਵੈ। ਉਹਨਾਂ ਭਗਤ ਜਨਾਂ ਨੂੰ ਜਿਵੇਂ ਜਿਵੇਂ ਭਾਉਂਦਾ ਹੈ, ਤਿਵੇਂ ਤਿਵੇਂ ਹੀ ਉਹ ਆਨੰਦ ਸਰੂਪ ਵਿੱਚ ਸੈਲ ਹੁੰਦਾ, ਵਿਚਰਨਾ ਕਰਦੇ ਹਨ। ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ ਜਿਵੇਂ ਸਾਨੂੰ ਭਾਉਂਦਾ ਹੈ, ਤਿਵੇਂ ਤਿਵੇਂ ਹੀ ਅਸੀਂ ਚੌਥੀ ਭੂਮਿਕਾ, ਪੰਜਵੀਂ ਭੂਮਿਕਾ, ਛੇਵੀਂ ਭੂਮਿਕਾ, ਸੱਤਵੀਂ ਭੂਮਿਕਾ ਵਿੱਚ ਵਿਚਰਨਾ ਕਰਦੇ ਹੋ। ਜਿਵੇਂ ਕੋਈ ਮਹਿਲ ਰਾਜ ਮਹਿਲਾਂ ਦਾ ਮਹਿਰਮ ਭੇਤੀ ਹੋਵੇ, ਉਸ ਨੂੰ ਮਹਿਲਾਂ ਵਿੱਚ ਜਾਣ ਤੋਂ ਕੋਈ ਵੀ ਅਟਕਾਵੇ, ਰੋਕਦਾ ਨਹੀਂ। ਇਸੇ ਪ੍ਰਕਾਰ ਜਿਹੜੇ ਭਗਤ ਜਨ ਸਰੂਪ ਦੇ ਮਹਿਰਮ ਭੇਤੀ ਹਨ, ਆਪਣੇ ਨਿਜ ਸਰੂਪ ਨੂੰ ਜਾਣਨ ਵਾਲੇ ਹਨ, ਉਹਨਾਂ ਨੂੰ ਰਾਗ ਦੁਐਖ, ਬ੍ਰਹਮ ਲੋਕ ਦੇ ਸੁੱਖ, ਵਿਕਾਰ ਆਦਿਕ ਕੋਈ ਵੀ ਅਟਕਾਵੇ, ਰੁਕਾਵਟ ਨਹੀਂ ਪਾ ਸਕਦੇ।
ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ। ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ ਮੈਂ ਜਾਤੀ ਦਾ ਭਾਵੇਂ ਚਮਿਆਰ ਹਾਂ, ਪਰੰਤੂ ਕਰਤਾ ਭੋਗਤਾ ਹੰਗਤਾ ਮਮਤਾ ਆਦਿਕ ਦੇ ਬੰਧਨਾਂ ਤੋਂ ਛੁੱਟ ਗਿਆ ਹਾਂ। ਜੋ ਚਮਿਆਰਾ ਚਮ ਆਰਾ ਆਲਾ ਚਮੜੇ ਦਾ ਆਲਾ ਘਰ ਸਰੀਰ ਹੈ, ਇਸ ਦੇ ਅਧਿਆਸ ਤੋਂ ਖਲਾਸ ਛੁੱਟ ਗਏ ਹਾਂ। ਜੋ ਕਿ ਇਹ ਜਿਹੜਾ ਹਮ ਸਾਡੇ ਸਰੂਪ ਰੂਪੀ ਬੇਗਮਪੁਰੇ ਸ਼ਹਿਰ ਵਿੱਚ ਰਹਿਣ ਵਾਲਾ ਹੈ, ਉਹ ਹੀ ਹਮਾਰਾ ਸਾਡਾ ਮੀਤ ਮਿੱਤਰ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਬੈਰਾਗਣ ਰਵਿਦਾਸ ਜੀਓ। ਇੱਕ ਜੋ ਅਦਵੈਤ ਸਰੂਪ ਬ੍ਰਹਮ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਗੌੜੀ ਦੀ ਬੈਰਾਗਣ ਜਾਤੀ ਵਿੱਚ ਭਗਤ ਰਵਿਦਾਸ ਜੀ ਬਾਣੀ ਅੱਗੇ ਫਿਰ ਉਚਾਰਨ ਕਰਦੇ ਹਨ। ਇੱਕ ਦਿਨ ਭਗਤ ਰਵਿਦਾਸ ਜੀ ਦੇ ਪਾਸ ਇੱਕ ਪ੍ਰੇਮੀ ਵਣਜਾਰਾ ਆਇਆ। ਉਸਨੇ ਬੇਨਤੀ ਕੀਤੀ ਕਿ ਮਹਾਰਾਜ, ਆਪ ਜੀ ਦੇ ਪਾਸ ਅਨੇਕਾਂ ਸਾਧੂ ਮਹਾਤਮਾ ਅਤੇ ਸੰਗਤਾਂ ਆਉਂਦੀਆਂ ਹਨ, ਜਿਸ ਕਰਕੇ ਬਹੁਤ ਲੰਗਰ ਦੀ ਲਾਗਤ ਲੱਗ ਜਾਂਦੀ ਹੋਣੀ ਆ। ਇਸ ਕਰਕੇ ਤੁਸੀਂ ਇੱਕ ਬੈਲ ਖਰੀਦ ਲਓ। ਉਸ ਬੈਲ ਰਾਹੀਂ ਅਸੀਂ ਜੋ ਵਪਾਰ ਦਾ ਕੰਮ ਕਰਾਂਗੇ, ਜੋ ਪੂੰਜੀ ਹੋਈ ਉਹ ਸਾਰੀ ਤੁਹਾਡੇ ਪਾਸ ਲੰਗਰ ਵਿੱਚ ਭੇਜ ਦਿਆ ਕਰਾਂਗੇ। ਉਸ ਵਣਜਾਰੇ ਦੀ ਇਹ ਗੱਲ ਸੁਣ ਕਰਕੇ ਭਗਤ ਰਵਿਦਾਸ ਜੀ ਉਸ ਨੂੰ ਆਤਮ ਵਿਚਾਰ ਦੀ ਸਿੱਖਿਆ ਦਿੰਦੇ ਹੋਏ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਘਟ ਅਵ ਘਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ। ਘਟ ਅੰਤਸ਼ਕਰਨ ਦੇ ਅੰਦਰ ਕਾਮ ਕ੍ਰੋਧ ਰੂਪੀ ਅਵਕਟ ਕਠਨ ਘਾਟੀਆਂ ਹਨ, ਜੋ ਘਣਾ ਬਹੁਤੇ ਸੰਘਣੇ ਡੂਗਰ ਪਹਾੜਾਂ ਦੀ ਨਿਆਈ ਹਨ। ਘਟ ਹਿਰਦੇ ਅੰਦਰ ਜੋ ਸ਼ੁਭ ਸੰਕਲਪ ਹਨ, ਉਹ ਸ੍ਰੇਸ਼ਟ ਘਾਟ ਹੈ, ਅਤੇ ਜੋ ਮੰਦ ਸੰਕਲਪ ਹਨ, ਉਹ ਅਵਕਟ ਔਖੀਆਂ ਘਾਟੀਆਂ ਹਨ। ਤੇ ਪੰਜਾਂ ਕੋਸ਼ਾਂ ਰੂਪੀ ਘਣਾ ਬਹੁਤੇ ਡੂਗਰ ਪਹਾੜ ਹਨ, ਜਿਨ੍ਹਾਂ ਨੂੰ ਲੰਘਣਾ ਬਹੁਤ ਮੁਸ਼ਕਲ ਹੈ। ਘਟ ਹਿਰਦੇ ਅੰਦਰ ਸੰਕਲਪ ਵਿਕਲਪ ਰੂਪੀ ਰਾਗ ਦਵੈਕ ਰੂਪੀ ਔਖੀਆਂ ਘਾਟੀਆਂ ਹਨ, ਜਿਸ ਕਰਕੇ ਜੀਵ ਆਤਮਾ ਦੇ ਤਾਈਂ ਜਮਪੁਰੀ ਦੇ ਰਸਤੇ ਵਿੱਚ ਦੁਖਦਾਇਕ ਘਣਾ ਹੁੰਦਾ ਬਹੁਤੇ ਪਹਾੜਾਂ ਦਾ ਰਸਤਾ ਲੰਘਣਾ ਪਵੇਗਾ। ਪਰੰਤੂ ਹਮਾਰ ਸਾਡੇ ਪਾਸ ਇੱਕ ਨਿਰਗੁਣ ਗੁਣਾ ਤੋਂ ਹੀਣਾ ਕਮਜ਼ੋਰ ਜਿਹਾ ਮਨ ਰੂਪੀ ਬੈਲ ਬਲਦ ਹੈ, ਜਿਸ ਦੇ ਕੋਲ ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਸ਼ੁਭ ਗੁਣ ਨਹੀਂ ਹਨ। ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਰਮਈਏ ਕਿ ਇਹ ਰਮੇ ਹੋਏ ਪਰਮੇਸ਼ਰ ਦੇ ਨਾਲ ਸਾਡੀ ਇੱਕ ਬੇਨਤੀ ਪ੍ਰਾਰਥਨਾ ਅਰਦਾਸ ਕਰਦੇ ਹਾਂ ਕਿ ਹੇ ਮੁਰਾਰ ਮੁਰਦੈਂਤ ਦਾ ਨਾਸ਼ ਕਰਨ ਵਾਲੇ ਮੁਰਾਰੀ ਪ੍ਰਭੂ, ਸਾਡੀ ਸ਼ਰਧਾ ਰੂਪੀ ਪੂੰਜੀ ਰਾਸ਼ੀ ਨੂੰ ਕਾਮਾਂਦਿਕ ਚੋਰਾਂ ਤੋਂ ਬਚਾ ਕਰਕੇ ਰੱਖ ਲੈਣਾ ਕਰੋ। ਸਾਡੀ ਭਗਤੀ ਰੂਪੀ ਪੂੰਜੀ ਨੂੰ ਸਾਡੇ ਹਿਰਦੇ ਵਿੱਚ ਸਥਿਤ ਕਰਕੇ ਰੱਖ ਲਓ। ਕੋ ਬਨਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ। ਹੇ ਭਾਈ, ਤੁਹਾਡੇ ਵਿੱਚੋਂ ਕੋਈ ਰਾਮ ਪਰਮੇਸ਼ਰ ਦੀ ਪ੍ਰਾਪਤੀ ਪਰਮੇਸ਼ਰ ਦੇ ਨਾਮ ਦਾ ਵਣਜ ਕਰਨ ਵਾਲਾ ਬਨਜਾਰੋ ਵਣਜਾਰਾ ਹੈ, ਭਲਾ ਦੱਸੋ ਖਾਂ। ਜੋ ਸਾਡਾ ਕਾਰਨ ਸੂਖਮ ਅਸਥੂਲ ਦੇਹਾਂ ਰੂਪੀ ਟਾਂਡਾ, ਬੈਲਾਂ ਦਾ ਸਮੁਦਾਇ ਭਾਵ ਭਗਤੀ ਰੂਪੀ ਵਸਤੂ, ਸ਼ਰਧਾ ਰੂਪੀ ਵਸਤੂ, ਅੰਤਰ ਬਿਰਤੀ ਰੂਪ ਵਸਤੂਆਂ ਨਾਲ ਲੱਦਿਆ ਜਾ ਰਿਹਾ, ਇਸ ਨੂੰ ਲਿਜਾ ਸਕੇ। ਰਹਾਉ ਵਿਸਰਾਮ ਦੇ ਕੇ ਭਗਤ ਜੀ ਕਿਰਪਾ ਕਰਦੇ ਆ। ਉਸ ਤੋਂ ਪਹਿਲਾਂ ਫਿਰ ਪ੍ਰਸ਼ਨ ਕਰਦੇ ਹਨ। ਜਿਗਿਆਸੂ ਜਨ, ਹੇ ਭਗਤ ਜੀ, ਆਪ ਜੀ ਕਿਸ ਚੀਜ਼ ਦਾ ਵਪਾਰ ਕਰਦੇ ਹੋ? ਭਗਤ ਜੀ ਫਰਮਾਉਂਦੇ ਹਨ, ਹਉ ਬਨਜਾਰੂ ਰਾਮ ਕੋ, ਸਹਿਜ ਕਰੋ ਵਿਆਪਾਰ। ਹੇ ਭਾਈ, ਹਉ ਕਹੀਏ ਮੈਂ ਤਾਂ ਰਾਮ ਪਰਮੇਸ਼ਰ ਦੀ ਪ੍ਰਾਪਤੀ ਨਾਮ ਜਪਣ ਜਪਾਉਣ ਦਾ ਵਣਜ ਕਰਨ ਵਾਲਾ ਵਣਜਾਰਾ ਹਾਂ। ਸਹਿਜ ਸ਼ਾਂਤੀ ਦੇ ਨਾਲ ਸਹਿਜ ਅਵਸਥਾ ਵਿੱਚ ਸਥਿਤ ਹੋ ਕਰਕੇ ਰਾਗ ਦੁਐਖ ਮਾਨ ਅਪਮਾਨ ਬੁਰੇ ਭਲੇ ਤੋਂ ਰਹਿਤ ਹੋ ਕੇ ਸਹਿਜ ਸਰੂਪ ਗਿਆਨ ਦਾ ਵਿਆਪਾਰ ਵਾਪਾਰ ਕਰਦਾ ਹਾਂ।
ਮੈਂ RAM ਨਾਮ ਧਨ ਲਾਦਿਆ, ਬਿਖਲਾਦੀ ਸੰਸਾਰ। ਮੈਂ RAM ਪਰਮੇਸ਼ਰ ਦੇ ਨਾਮ ਰੂਪੀ ਵਿਭੂਤੀ ਨੂੰ ਆਪਣੇ ਅੰਤਸ਼ਕਰਨ ਰੂਪੀ ਗੱਡੇ ਵਿੱਚ ਲੱਦਿਆ ਹੋਇਆ ਹੈ, ਅਤੇ ਹੋਰ ਬਾਕੀ ਸੰਸਾਰ ਜਗਤ ਦੇ ਲੋਕਾਂ ਨੇ ਮਾਇਆ ਦੀ ਇੱਛਾ ਰੂਪੀ ਵਿਸ਼ਿਆਂ ਦੀ ਬਿਖ ਜ਼ਹਿਰ ਲੱਦੀ ਹੋਈ ਆ। ਉਰਵਾਰ ਪਾਰ ਕੇ ਦਾਨੀਆਂ, ਲਿਖ ਲੇਹੁ ਆਲ ਪਤਾਲ। ਹੇ ਉਰਵਾਰ, ਇਸ ਲੋਕ ਪਾਰ ਪਰਲੋਕ ਦੇ ਕੀਤੇ ਹੋਏ ਕਰਮਾਂ ਨੂੰ ਦਾਨੀਆਂ ਜਾਣਨ ਵਾਲੇ ਚਿੱਤਰਗੁਪਤੋ, ਮੇਰੇ ਕੀਤੇ ਕਰਮਾਂ ਦੀ ਥਾਂ 'ਤੇ ਤੁਸੀਂ ਭਾਵੇਂ ਆਪਣੀ ਮਰਜ਼ੀ ਨਾਲ ਆਲ ਪਤਾਲ, ਊਚ ਨੀਚ, ਸ਼ੁਭ ਅਸ਼ੁਭ, ਉਲਟ ਪੁਲਟ ਜੋ ਮਰਜ਼ੀ, ਊਲ ਜਲੂਲ ਜੋ ਮਰਜ਼ੀ ਲਿਖ ਲੈਣਾ ਕਰੋ, ਮੈਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ। ਫਿਰ ਉਹ ਵਣਜਾਰਾ ਸਿੱਖ ਕਰ ਬੇਨਤੀ ਕਰਦਾ ਹੈ ਕਿ ਹੇ ਰਵਿਦਾਸ ਜੀ, ਤੁਸੀਂ ਇਤਨੇ ਨਿਰਭਉ ਕਿਉਂ ਹੋ ਗਏ ਹੋ? ਭਗਤ ਜੀ ਦੱਸਦੇ ਹਨ, ਮੋਹਿ ਜਮ ਡੰਡ ਨ ਲਾਗਈ, ਤਜੀਲੇ ਸਰਬ ਜੰਜਾਲ। ਹੇ ਭਾਈ, ਕਿਉਂਕਿ ਮੈਂ ਕਰਤਾ, ਭੋਗਤਾ, ਹੰਗਤਾ, ਮਮਤਾ ਇਤਿਆਦ ਦੇ ਸਾਰੇ ਜੰਜਾਲ ਬੰਧਨ ਤਜੀਲੇ ਹੁੰਦਾ ਤਿਆਗ ਦਿੱਤੇ, ਛੱਡ ਦਿੱਤੇ ਹਨ। ਇਸ ਕਰਕੇ ਮੇਰੇ ਤਾਈਂ ਜਮ ਡੰਡ ਜਮਾਂ ਦਾ ਡੰਡਾ ਨਹੀਂ ਲੱਗੇਗਾ। ਫਿਰ ਉਹ ਪ੍ਰਸ਼ਨ ਕਰਦਾ, ਹੈ ਭਗਤ ਜੀ, ਤੁਸੀਂ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਕਿਉਂ ਨਹੀਂ ਪਰਜਦੇ? ਤੁਹਾਡਾ ਮਨ ਨਹੀਂ ਕਰਦਾ? ਭਗਤ ਜੀ ਦੱਸਦੇ ਹਨ, ਜੈਸਾ ਰੰਗ ਕਸੁੰਭ ਕਾ, ਤੈਸਾ ਇਹੋ ਸੰਸਾਰ। ਹੇ ਭਾਈ, ਜਿਸ ਪ੍ਰਕਾਰ ਕੁਸੰਬੇ ਦਾ ਰੰਗ ਕੱਚਾ ਹੁੰਦਾ, ਜੋ ਥੋੜ੍ਹੇ ਚਿਰ ਵਿੱਚ ਹੀ ਖਤਮ ਹੋ ਜਾਂਦਾ ਹੈ, ਤਿਹੋ ਜਿਹਾ ਹੀ ਇਸ ਸੰਸਾਰ ਜਗਤ ਦਾ ਝੂਠਾ ਪਸਾਰਾ ਹੈ। ਫਿਰ ਉਹ ਪ੍ਰਸ਼ਨ ਕਰਦਾ, ਹੈ ਰਵਿਦਾਸ ਜੀ, ਤੁਸੀਂ ਪਰਮੇਸ਼ਰ ਨਾਲ ਪ੍ਰੇਮ ਕੀਤਾ ਹੈ, ਉਸ ਦਾ ਆਨੰਦ ਕਿਹੋ ਜਿਹਾ ਆਉਂਦਾ ਹੈ ਅਤੇ ਕਿਹੋ ਜਿਹਾ ਆਇਆ ਹੈ? ਭਗਤ ਜੀ ਕਿਰਪਾ ਕਰਦੇ ਹਨ, ਮੇਰੇ ਰਮਈਏ ਰੰਗ ਮਜੀਠ ਕਾ, ਕਹੁ ਰਵਿਦਾਸ ਚਮਾਰ। ਮੈਂ ਚਮਾਰ ਚਮਿਆਰ ਜਾਤੀ ਦਾ ਰਵਿਦਾਸ ਕਥਨ ਕਰਦਾ ਹਾਂ। ਮੇਰੇ ਭਾਵ ਸਾਡੇ ਰਮਈਏ ਰਮੇ ਹੋਏ ਪਰਮੇਸ਼ਰ ਦਾ ਰੰਗ ਆਨੰਦ ਮਜੀਠ ਮਜੀਠੇ ਰੰਗ ਦੀ ਤਰ੍ਹਾਂ ਪੱਕਾ ਹੈ, ਕਦੇ ਵੀ ਲੈਣ ਵਾਲਾ ਨਹੀਂ। ਗੌੜੀ ਪੂਰਬੀ ਰਵਿਦਾਸ ਜੀਓ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ, ਗੌੜੀ ਰਾਗ ਦੀ ਪੂਰਬੀ ਜਾਤੀ ਵਿੱਚ ਭਗਤ ਰਵਿਦਾਸ ਜੀ ਬੇਨਤੀ ਪੂਰਵਕ ਸ਼ਬਦ ਉਚਾਰਨ ਕਰਦੇ ਹਨ। ਇੱਕ ਜੋ ਅਦਵੈਤ ਸਰੂਪ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨ ਬੂਝ। ਜਿਸ ਪ੍ਰਕਾਰ ਇੱਕ ਕੂਪ ਖੂਹ ਦਾਦਰਾ ਡੱਡੂਆਂ ਨਾਲ ਭਰਿਆ ਹੋਵੇ, ਜਿਵੇਂ ਦਾਦਰਾ ਡੱਡੂ ਕੂਪ ਖੂਹ ਵਿੱਚ ਪਿਆ ਹੋਵੇ, ਉਸ ਨੂੰ ਦੇਸ ਅਤੇ ਵਿਦੇਸ ਪ੍ਰਦੇਸ ਦੀ ਕੁਝ ਵੀ ਬੂਝ ਸਮਝ ਨਹੀਂ ਹੁੰਦੀ। ਇਸੇ ਪ੍ਰਕਾਰ ਜੀਵ ਰੂਪ ਡੱਡੂ ਸੰਸਾਰ ਰੂਪੀ ਖੂਹ ਵਿੱਚ ਪਿਆ ਹੋਇਆ ਗ੍ਰਸਤ ਰੂਪੀ ਦੇਸ ਤੋਂ ਬਿਨਾਂ ਆਤਮਾ ਆਨੰਦ ਰੂਪ ਪ੍ਰਦੇਸ ਬਾਰੇ ਕੁਝ ਵੀ ਨਹੀਂ ਜਾਣਦਾ। ਆਤਮਾ ਰੂਪੀ ਦੇਸ ਅਤੇ ਪਰਮਾਤਮਾ ਰੂਪੀ ਪ੍ਰਦੇਸ ਬਾਰੇ ਕੁਝ ਨਹੀਂ ਜਾਣਦਾ। ਜਿਵੇਂ ਦ੍ਰਿਸ਼ਟਾਂਤ ਦਿੰਦੇ, ਇੱਕ ਰਾਜੇ ਦੇ ਮਹਿਲਾਂ ਵਿੱਚ ਖੂਹ ਸੀ, ਉੱਥੇ ਇੱਕ ਡੱਡੂ ਰਹਿੰਦਾ ਸੀ। ਇੱਕ ਦਿਨ ਉਸ ਖੂਹ ਉੱਪਰ ਮਾਨ ਸਰੋਵਰ ਵਿੱਚੋਂ ਉੱਡਦਾ ਉੱਡਦਾ ਹੰਸ ਉਸ ਖੂਹ ਦੇ ਕਿਨਾਰੇ ਉੱਪਰ ਆ ਬੈਠਾ। ਇਸ ਨੇ ਖੂਹ ਵਿੱਚ ਉਸ ਡੱਡੂ ਨੂੰ ਵੇਖਿਆ ਅਤੇ ਦਇਆ ਕਰਕੇ ਕਿਹਾ ਕਿ ਚੱਲ ਤੈਨੂੰ ਮਾਨ ਸਰੋਵਰ ਦੇ ਦਰਸ਼ਨ ਕਰਾ ਲਈਏ। ਡੱਡੂ ਨੇ ਕਿਹਾ ਕਿ ਤੇਰਾ ਮਾਨ ਸਰੋਵਰ ਕਿੱਡਾ ਕੁ ਵੱਡਾ? ਹੰਸ ਨੇ ਕਿਹਾ ਕਿ ਉਹ ਤਾਂ ਬਹੁਤ ਵੱਡਾ ਵਿਸ਼ਾਲ ਹੈ। ਤਾਂ ਡੱਡੂ ਨੇ ਇੱਕ ਛਾਲ ਮਾਰੀ ਅਤੇ ਕਿਹਾ ਇੰਨਾ ਕੁ ਵੱਡਾ ਹੋਵੇਗਾ? ਹੰਸ ਨੇ ਕਿਹਾ ਕਿ ਨਹੀਂ। ਡੱਡੂ ਨੇ ਦੂਸਰੀ ਛਾਲ ਮਾਰੀ ਅਤੇ ਖੂਹ ਦੇ ਵਿਚਕਾਰ ਚਲਾ ਗਿਆ। ਕਹਿਣ ਲੱਗਾ ਇੰਨਾ ਵੱਡਾ ਹੋਵੇਗਾ? ਹੰਸ ਨੇ ਕਿਹਾ ਨਹੀਂ, ਉਹ ਤਾਂ ਬਹੁਤ ਵਿਸਥਾਰ ਵਾਲਾ ਹੈ। ਫਿਰ ਡੱਡੂ ਨੇ ਤੀਜੀ ਛਾਲ ਮਾਰੀ ਅਤੇ ਤਿੰਨੇ ਹਿੱਸੇ ਖੂਹ ਮਿਣ ਕੇ ਕਹਿੰਦਾ ਕਿ ਇੰਨਾ ਕੁ ਹੋਵੇਗਾ? ਹੰਸ ਨੇ ਕਿਹਾ ਕਿ ਨਹੀਂ, ਇਸ ਨਾਲੋਂ ਤਾਂ ਬਹੁਤ ਵੱਡਾ ਹੈ। ਫਿਰ ਡੱਡੂ ਨੇ ਚੌਥੀ ਛਾਲ ਮਾਰੀ ਅਤੇ ਖੂਹ ਦੇ ਦੂਸਰੇ ਪਾਸੇ ਚਲਾ ਗਿਆ। ਕਹਿੰਦਾ ਕਿ ਇੰਨਾ ਵੱਡਾ ਹੋਵੇਗਾ? ਹੰਸ ਨੇ ਕਿਹਾ ਕਿ ਨਹੀਂ ਭਾਈ, ਉਹ ਮਾਨ ਸਰੋਵਰ ਵਿੱਚ ਤਾਂ ਅਜਿਹੇ ਅਣਗਿਣਤ ਹੀ ਖੂਹ ਸਮਾ ਜਾਣਗੇ। ਡੱਡੂ ਨੇ ਕਿਹਾ ਕਿ ਜਾ
ਫਿਰ ਤੂੰ ਝੂਠ ਬੋਲਦਾ ਹੈ। ਕੋਈ ਮਾਨ ਸਰੋਵਰ ਸਰਾਵਰ ਨਹੀਂ ਹੁੰਦਾ। ਮੈਂ ਤਾਂ ਤੈਨੂੰ ਸਭ ਤੋਂ ਵੱਡਾ ਖੂਹ ਚੌਹਾਂ ਛਾਲਾਂ ਵਿੱਚ ਮਿਣ ਕੇ ਦੱਸ ਦਿੱਤਾ ਹੈ। ਇਸ ਤੋਂ ਵੱਡੀ ਕੋਈ ਚੀਜ਼ ਹੈ ਹੀ ਨਹੀਂ। ਇਸੇ ਪ੍ਰਕਾਰ ਦਾ ਦ੍ਰਿਸ਼ਟਾਂਤ ਦਿੰਦੇ ਆ। ਇਸੇ ਪ੍ਰਕਾਰ ਗ੍ਰਸਤ ਰੂਪੀ ਖੂਹ ਵਿੱਚ ਡੱਡੂ ਦੀ ਨਿਆਈ ਜੀਵ ਪਿਆ ਹੋਇਆ। ਹੰਸ ਦੀ ਨਿਆਈ ਤਤ ਬੇਤੇ ਮਹਾਂਪੁਰਖ ਸੁਤੇ ਸਿੱਧ ਹੀ ਇਸ ਦੇ ਪਾਸ ਆਣ ਬੈਠੇ। ਤਾਂ ਜੀਵ ਨੇ ਮਹਾਂਪੁਰਖਾਂ ਨੂੰ ਪੁੱਛਿਆ ਕਿ ਸੰਤ ਜੀ, ਪਰਮੇਸ਼ਰ ਦੇ ਭਜਨ ਸਿਮਰਨ ਵਿੱਚ ਬਹੁਤ ਵੱਡਾ ਕਹਿੰਦੇ ਸੁੱਖ ਹੈ। ਗ੍ਰਸਤ ਦੇ ਭਜਨ ਸਿਮਰਨ ਕਰਨ ਵਿੱਚ ਕਿੰਨਾ ਕੁ ਸੁੱਖ ਹੈ। ਮਹਾਂਪੁਰਖਾਂ ਨੇ ਕਿਹਾ ਕਿ ਹੇ ਭਾਈ, ਪਰਮੇਸ਼ਰ ਦੇ ਭਜਨ ਸਿਮਰਨ ਵਿੱਚ ਬਹੁਤ ਵੱਡਾ ਸੁੱਖ। ਗ੍ਰਸਤ ਦੇ ਬੰਧਨਾਂ ਵਿੱਚ ਫਸੇ ਹੋਏ ਜੀਵ ਨੇ ਸੰਸਾਰੀ ਬਿਰਤੀ ਹੋਣ ਕਰਕੇ ਕਿਹਾ ਕਿ ਜੇਕਰ ਕਿਸੇ ਮਨੁੱਖ ਦੀ ਮੰਗਣੀ ਨਾ ਹੁੰਦੀ ਹੋਵੇ ਤੇ ਅਚਾਨਕ ਹੀ ਉਸ ਦੀ ਮੰਗਣੀ ਹੋ ਜਾਵੇ, ਜਿੰਨਾ ਸੁੱਖ ਉਸ ਨੂੰ ਹੋਵੇਗਾ ਇੰਨਾ ਕੁ ਸਿਮਰਨ ਭਜਨ ਦਾ ਹੋਵੇਗਾ। ਮਹਾਂਪੁਰਖਾਂ ਨੇ ਕਿਹਾ ਕਿ ਨਹੀਂ, ਇਸ ਨਾਲੋਂ ਵੱਡਾ ਹੈ। ਫਿਰ ਉਸ ਨੇ ਕਿਹਾ ਕਿ ਜੇਕਰ ਕਿਸੇ ਪੁਰਸ਼ ਨੂੰ ਉਸ ਦੇ ਸਹੁਰੇ ਵਿਆਹ ਨਾ ਛੇਤੀ ਦਿੰਦੇ ਹੋਣ, ਪਰ ਅਚਾਨਕ ਹੀ ਵਿਆਹ ਦਾ ਦਿਨ ਦੱਸ ਦੇਣ, ਇਤਨਾ ਕੁ ਸੁੱਖ ਹੁੰਦਾ ਹੋਵੇਗਾ। ਮਹਾਂਪੁਰਖ ਕਹਿੰਦੇ ਨਹੀਂ, ਇਸ ਨਾਲੋਂ ਵੀ ਬਹੁਤ ਵੱਡਾ ਹੈ। ਫਿਰ ਕਹਿੰਦਾ ਕਿ ਕੋਈ ਪੁਰਸ਼ ਵਿਆਹਿਆ ਜਾਵੇ, ਇੰਨਾ ਕੁ ਸੁੱਖ ਹੋਵੇਗਾ। ਕਹਿੰਦੇ ਨਹੀਂ, ਇਸ ਤੋਂ ਵੀ ਵੱਡਾ ਹੈ। ਫਿਰ ਕਹਿੰਦਾ ਕਿ ਜੇਕਰ ਕਿਸੇ ਦੇ ਸੰਤਾਨ ਨਾ ਹੁੰਦੀ ਹੋਵੇ, ਫਿਰ ਉਹਨਾਂ ਘਰ ਪੁੱਤਰ ਜਨਮ ਲੈ ਲਵੇ, ਜਿੰਨਾ ਪੁੱਤਰ ਲਏ ਤੇ ਸੁੱਖ ਹੁੰਦਾ, ਇੰਨਾ ਕੁ ਸੁੱਖ ਹੁੰਦਾ ਹੋਵੇਗਾ ਸਿਮਰਨ ਭਜਨ ਦਾ। ਮਹਾਂਪੁਰਖ ਕਹਿੰਦੇ ਨਹੀਂ। ਫਿਰ ਜੀਵ ਕਹਿੰਦਾ ਕਿ ਜਾਓ ਸੰਤ ਜੀ, ਤੁਸੀਂ ਤਾਂ ਝੂਠ ਬੋਲਦੇ ਹੋ। ਇਸ ਤੋਂ ਪਰੇ ਤਾਂ ਹੋਰ ਕੋਈ ਸੁੱਖ ਹੈ ਹੀ ਨਹੀਂ। ਇਉਂ ਖੂਹ ਦੇ ਡੱਡੂ ਦੀ ਨਿਆਈ ਗ੍ਰਸਤੀ ਨੇ ਆਪਣਾ ਆਨੰਦ ਮਿਣ ਕੇ ਕਹਿ ਦਿੱਤਾ। ਇਸੇ ਪ੍ਰਕਾਰ ਪਹਿਲੀ ਛਾਲ ਵਿਸ਼ੇ ਸੁੱਖ ਦੀ, ਦੂਸਰੀ ਧਨ ਪਦਾਰਥਾਂ ਦੇ ਸੁੱਖ ਦੀ, ਤੀਸਰੀ ਪੁੱਤਰ ਆਦਿ ਸੰਤਾਨ ਪ੍ਰਾਪਤੀ ਦੀ ਅਤੇ ਚੌਥੀ ਜਸ ਵਡਿਆਈ ਤੇ ਰਾਜ ਭਾਗ ਆਦਿ ਦੀ ਛਾਲ ਹੈ। ਪਰ ਉਹ ਸਿਮਰਨ ਭਜਨ ਦਾ ਆਨੰਦ ਬੇਅੰਤ ਹੈ। ਫਿਰ ਉਹ ਕਹਿੰਦਾ ਕਿ ਤੁਸੀਂ ਦੱਸੋ ਕਿ ਪ੍ਰਮਾਤਮਾ ਦਾ ਦੇਸ਼ ਕਿੰਨਾ ਕੁ ਹੈ, ਵੱਡਾ ਹੈ। ਤਾਂ ਕਹਿੰਦੇ ਹਨ ਕਿ ਉਸ ਆਤਮਾ ਆਨੰਦ ਰੂਪੀ ਦੇਸ਼ ਦਾ ਅੰਤ ਨਹੀਂ ਪਾਇਆ ਜਾਂਦਾ। ਭਾਵੇਂ ਸਾਰੇ ਬ੍ਰਹਿਮੰਡ ਖੰਡ ਆਦਿਕ ਮਿਲ ਲਏ ਜਾਣ ਤਾਂ ਵੀ ਅੰਤ ਨਹੀਂ ਪਾਇਆ ਜਾਂਦਾ। ਫਿਰ ਇਹ ਵਣਜਾਰਾ ਭਾਈ ਸਵਾਲ ਕਰਦਾ ਕਿ ਉਸ ਦਾ ਵਿਦੇਸ਼ ਪ੍ਰਦੇਸ਼ ਜਿੱਥੇ ਤੁਸੀਂ ਜਾਣਾ ਚਾਹੁੰਦੇ ਉਹ ਕਿਤਨਾ ਕੁ ਹੈ, ਕਿੱਡਾ ਵੱਡਾ। ਫਿਰ ਭਗਤ ਜੀ ਉੱਤਰ ਦਿੰਦੇ, ਉਹ ਤਾਂ ਦੇਸ਼ ਕਾਲ ਵਸਤੂ ਪ੍ਰਛੇਦ ਰਹਿਤ ਅਖੰਡ ਸਰੂਪ ਹੈ ਅਤੇ ਉਸ ਦਾ ਆਕਾਰ ਇਹਨਾਂ ਉੱਤਰ ਦੱਖਣ ਪੂਰਬ ਪੱਛਮ ਦਿਸ਼ਾਵਾਂ ਦੁਆਰਾ ਕਿਹਾ ਨਹੀਂ ਜਾ ਸਕਦਾ, ਜਾਂ ਮਨ ਦੀਆਂ ਪੰਜੇ ਬਿਰਤੀਆਂ ਪ੍ਰਮਾਣ ਵਿਪਰਜੇ ਸਿਮਰਤੀ ਵਿਕਲਪ ਨਿੰਦਰਾ ਇਹਨਾਂ ਦੁਆਰਾ ਵੀ ਕਿਹਾ ਨਹੀਂ ਜਾਂਦਾ। ਵਿਸ਼ਈ ਪੁਰਸ਼ਾਂ ਦੇ ਚਿੱਤ ਮੂੜ ਹੋਣ ਕਰਕੇ ਉਸ ਨੂੰ ਪਾ ਨਹੀਂ ਸਕਦੇ। ਜਿਗਿਆਸੂ ਜਨਾਂ ਦੀ ਬਿਰਤੀ ਵਿਖੇਪ ਦੇ ਸਹਿਤ ਹੋਣ ਕਰਕੇ ਉਹ ਵੀ ਨਹੀਂ ਜਾਣ ਸਕਦੇ। ਅਤੇ ਜੋਗੀ ਪੁਰਸ਼ ਜਿਹੜੇ ਮਨ ਦਾ ਨਿਰੋਧ ਕਰਕੇ ਸੰਕਲਪ ਨਾਲ ਦਸਮ ਦੁਆਰ ਵਿੱਚ ਬੈਠੇ ਰਹਿੰਦੇ ਹਨ, ਉਹ ਵੀ ਉਸ ਆਨੰਦ ਸਰੂਪ ਨੂੰ ਨਹੀਂ ਜਾਣ ਸਕਦੇ। ਕੇਵਲ ਇਕਾਗਰ ਚਿੱਤ ਵਾਲੇ ਬ੍ਰਹਮ ਗਿਆਨੀ ਹੀ ਉਸ ਸਰੂਪ ਨੂੰ ਜਾਣਦੇ ਹਨ। ਐਸੇ ਮੇਰਾ ਮਨ ਵਿਖਿਆ ਬੇਮੋਹਿਆ, ਕਛ ਆਰਾ ਪਾਰ ਨ ਸੂਝ। ਹੇ ਮਹਾਰਾਜ, ਇਸ ਪ੍ਰਕਾਰ ਹੀ ਮੇਰਾ ਕਹੀਏ ਸਾਡਾ ਅੰਤਸ਼ਕਰਨ ਵਿਸ਼ਿਆਂ ਰੂਪੀ ਖੂਹ ਵਿੱਚ ਡਿੱਗਿਆ ਹੋਇਆ, ਬੇਮੋਹਿਆ ਵਿਸ਼ੇਸ਼ ਕਰਕੇ ਮੋਹਿਤ ਹੋ ਰਿਹਾ, ਅਤੇ ਆਰਾ ਇਸ ਲੋਕ ਅਤੇ ਪਾਰ ਪ੍ਰਲੋਕ ਦੀ ਕੁਝ ਵੀ ਸੂਝ ਸਮਝ ਨਹੀਂ ਰੱਖਦਾ। ਆਰਾ ਇਹ ਲੋਕ ਸੰਸਾਰ ਜੋ ਮਿਥਿਆ ਹੈ ਅਤੇ ਪਾਰ ਪਰਾ ਰੂਪ ਬ੍ਰਹਮ ਜੋ ਸਦਾ ਸਤ ਸਰੂਪ ਹੈ। ਭਾਵ ਮੈਨੂੰ ਉਰਲੇ ਪਰਲੇ ਮਿਥਿਆ ਅਤੇ ਸਤ ਸਰੂਪ ਬ੍ਰਹਮ ਦੀ ਕੋਈ ਵੀ ਸੂਝ ਸਮਝ ਨਹੀਂ ਹੈ। ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ ਦਿਖਾਏ ਜੀ ਰਹਾਉ। ਹੇ ਸਗਲ ਸਾਰੇ ਭਵਨ ਲੋਕਾਂ ਦੇ ਨਾਇਕਾਂ ਦਾ ਪ੍ਰੇਰਕ ਪਰਮੇਸ਼ਰ ਜੀ, ਸਾਡੀ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਤੁਸੀਂ ਸਾਨੂੰ ਇੱਕ ਛਿਨ ਖਿਨ ਮਾਤਰ ਆਪਣਾ ਦਰਸ਼ਨ ਦਿਖਾਉਣਾ ਕਰੋ ਜੀ ਰਹਾਉ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਮਲਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨ ਜਾਏ। ਹੇ ਮਾਧਵਾ, ਮਾਇਆ ਦੇ ਪਤੀ ਪਰਮੇਸ਼ਰ, ਸਾਡੀ ਮਤ ਬੁੱਧੀ ਕਾਮ ਕ੍ਰੋਧ ਆਦਿਕ ਵਿਸ਼ਿਆਂ ਤੋਂ ਤੇ ਅਵਿਦਿਆ ਦੀ ਸੰਗਤ ਤਮੋ ਗੁਣ ਦੇ ਪ੍ਰਭਾਵ ਕਰਕੇ ਮਲਨ ਮਲੀਨ ਹੋ ਗਈ ਹੈ। ਭਾਵ ਵਿਸ਼ੇ ਵਿਸ਼ੈਣੀ ਹੋ ਗਈ ਆ, ਜਿਸ ਕਰਕੇ ਤੁਹਾਡੀ ਗਤ ਪ੍ਰਾਪਤੀ ਦੀ ਰੀਤੀ ਸਾਡੇ ਕੋਲੋਂ ਲਖੀ ਜਾਣੀ ਨਹੀਂ ਜਾਂਦੀ। ਤੇਰੀ ਗਤ ਰੀਤੀ ਮਰਿਆਦਾ ਬ੍ਰਹਮ ਗਿਆਨੀਆਂ ਨੇ
ਲਖੀ ਜਾਣੀ ਹੈ, ਪਰੰਤੂ ਸਾਡੀ ਵਿਸ਼ੇ ਵਿਸ਼ੈਣੀ ਬੁੱਧ ਹੋਣ ਕਰਕੇ ਸਾਥੋਂ ਨਹੀਂ ਜਾਣੀ ਜਾਂਦੀ। ਕਰੋ ਕਿਰਪਾ ਪ੍ਰਮ ਚੂਕਈ, ਮੈਂ ਸੁਮਤ ਦੇਹ ਸਮਝਾਏ। हे ਮਹਾਰਾਜ, ਆਪ ਜੀ ਕਿਰਪਾ ਦਇਆ ਦ੍ਰਿਸ਼ਟੀ ਕਰਨੀ ਕਰੋ, ਜਿਸ ਕਰਕੇ ਸਾਡਾ ਸਾਰਾ ਭਰਮ ਚੂਕਈ ਚੁੱਕਿਆ ਜਾਵੇ ਅਤੇ ਮੇਰੇ ਤਾਈਂ ਸੁਮਤ ਸ੍ਰੇਸ਼ਟ ਮਤ ਭਾਵ ਆਤਮ ਵਿਸ਼ੈਣੀ ਬੁੱਧ ਸਮਝਾ ਦੇਣਾ ਕਰੋ। ਜੋਗੀ ਸਰ ਪਾਵਹਿ ਨਹੀਂ ਤੋ ਗੁਣ ਕਥਨ ਅਪਾਰ। हे ਮਹਾਰਾਜ, ਆਪ ਜੀ ਦੇ ਭੇਦ ਨੂੰ ਤਾਂ ਜੋਗੀਆਂ ਦੇ ਈਸ਼ਵਰ ਭਾਵ ਸ਼ਿਵ ਜੀ, ਮਛੰਦਰਨਾਥ, ਗੋਰਖਨਾਥ ਇਤਿਆਦਿ ਵਰਗੇ ਨਹੀਂ ਪਾ ਸਕਦੇ। ਤੁਹਾਡੇ ਗੁਣ ਤਾਂ ਕਥਨ ਬਿਆਨ ਕਰਨ ਤੋਂ ਰਹਿਤ ਬੇਅੰਤ ਹਨ। ਤੁਹਾਡੇ ਗੁਣ ਕਹਿਣੇ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹਨ। ਫਿਰ ਉਹ ਵਣਜਾਰਾ ਭਾਈ ਸਵਾਲ ਕਰਦਾ, ਪ੍ਰਸ਼ਨ ਕਰਦਾ, हे ਰਵਿਦਾਸ ਜੀ, ਫਿਰ ਤੁਸੀਂ ਕਿਉਂ ਗੁਣ ਕਥਨ ਕਰਦੇ ਹੋ? ਤਾਂ ਕਹਿੰਦੇ ਹਨ, ਪ੍ਰੇਮ ਭਗਤ ਕੈ ਕਾਰਣੈ ਕਹੁ ਰਵਿਦਾਸ ਚਮਾਰ। ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ ਅਸੀਂ ਤਾਂ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਕਾਰਣੈ ਵਾਸਤੇ ਉਸ ਦੇ ਗੁਣ ਉਚਾਰਦੇ ਹਾਂ, ਪਰੰਤੂ ਲੋਕ ਮੈਨੂੰ ਚਮਿਆਰ ਕਹਿੰਦੇ ਆ। ਮੈਂ ਤਾਂ ਚਮ ਦੀ ਬਣੀ ਹੋਈ ਦੇਹੀ ਦੇ ਅਭਿਮਾਨ ਨੂੰ ਮੇਟਣ ਵਾਲਾ ਉਸ ਦਾ ਆਰ ਵੈਰੀ ਹਾਂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।